ਅੰਤ ਨ ਪਾਵਤ ਦੀਵ ਸਭੈ ਮਨਾ। ਇੰਦਰ ਮਹਾ ਸ਼ਿਵ ਜੋਗ ਕਰੀ। ਫੁਨ ਬੀਦ ਬਿਰੰਚ ਵਿਚਾਰ ਸਭੈ। ਹਰ ਨਾਮ ਨਾ ਛੋਡੋ ਏਕ ਕਰੀ। ਫੁਨ ਬੀਦ ਬਿਰੰਚ ਵਿਚਾਰ ਸਭੈ। ਹਰ ਨਾਮ ਨਾ ਛੋਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ। ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜੁਨ ਮਾਹੀ ਤਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜੁਨ ਮਾਹੀ ਤਰੀ। ਪਰਮ ਸਤਿਕਾਰਯੋਗ ਸ਼ਬਦ ਗੁਰੂ ਬ੍ਰਹਮ ਸਤਿਗੁਰੂ ਦੋ ਜਹਾਨਾਂ ਦੇ ਵਾਲੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਪਿਆਰ ਵਾਲਿਓ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਤਿੰਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਕੁਝ ਸਮੇਂ ਦੇ ਲਈ ਗੁਰਮਤ ਵਿਚਾਰ ਇਤਿਹਾਸਿਕ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਲਵਾਓ ਹਾਜ਼ਰੀ। ਬੜੇ ਹੀ ਪਿਆਰ ਦੇ ਨਾਲ ਗੁਰਫਤਿਹ ਦੇ ਨਾਲ ਸਾਂਝ ਪਾਓ ਜੀ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰ ਵਾਲਿਓ, ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੀ ਸ਼ਹਾਦਤ ਦੇ ਜੋ ਮੁੱਖ ਕਾਰਨ ਨੇ ਉਹਨਾਂ ਦੇ ਬਾਰੇ ਆਪਾਂ ਕੱਲ੍ਹ ਰੋਜ਼ ਤੋਂ ਜੋ ਵਿਚਾਰ ਆਰੰਭੀ ਸੀ, ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ। ਕਿਸ ਪ੍ਰਕਾਰ ਈਰਖਾ ਦੇ ਵਿੱਚ ਸੜਦਾ ਹੋਇਆ ਇਹ ਪ੍ਰਿਥੀ ਚੰਦ ਜਿਹੜਾ ਸਤਿਗੁਰਾਂ ਦਾ ਸਕਾ ਭਰਾ ਹੈ, ਇਹਦੇ ਵੱਲੋਂ ਸਤਿਗੁਰਾਂ ਨੂੰ ਤਪਾਉਣ ਦੇ ਲਈ ਕਿਹੜੇ ਕਿਹੜੇ ਯਤਨ ਕੀਤੇ। ਜਦੋਂ ਕਿਸੇ ਪਾਸਿਓਂ ਵੀ ਕੋਈ ਹਿੱਲਾ ਵਸੀਲਾ ਨਾ ਬਣਿਆ, ਇਹਦੇ ਤੋਂ ਬਾਅਦ ਇਹਨੇ ਸਰਕਾਰ ਦੇ ਨਾਲ ਵੀ ਜਿਹੜੀ ਗੰਢ ਧੁੱਪ ਹੈ ਉਹ ਵੀ ਕੀਤੀ ਹੈ। ਜਿੱਥੇ ਸਰਕਾਰ ਦੇ ਨਾਲ ਇਹ ਗੰਢ ਧੁੱਪ ਕਰਦਾ ਹੈ, ਉਹਦੇ ਨਾਲ ਪਿਆਰ ਵਾਲਿਓ ਇਹ ਆਪਣੇ ਆਪ ਨੂੰ ਗੁਰੂ ਅਖਵਾਉਣ ਦੇ ਲਈ ਸੰਗਤਾਂ ਨੂੰ ਭੁਲੇਖੇ ਦੇ ਵਿੱਚ ਪਾਲ ਲਈ ਇਹਨੇ ਆਪਣੇ ਪੁੱਤਰ ਮਿਹਰਬਾਨ, ਜੋ ਬਹੁਤ ਹੀ ਵੱਡਾ ਇੱਕ ਵਿਦਵਾਨ ਸੀ, ਹਿੰਦੀ, ਫਾਰਸੀ, ਪੰਜਾਬੀ, ਇੱਥੋਂ ਤੱਕ ਉਹ ਇੰਨਾ ਕੁ ਵਿਦਵਾਨ ਸੀ ਵੀ ਉਹ ਨਿੱਕੀਆਂ ਨਿੱਕੀਆਂ ਤੁਕਾਂ ਤੋਂ ਕਵਿਤਾਵਾਂ ਜਿਹੜੀਆਂ ਸ਼ਾਇਰੀ ਤਿਆਰ ਕਰ ਲੈਂਦਾ ਸੀ। ਜਦੋਂ ਕਿਸੇ ਪਾਸੋਂ ਹਿੱਲਾ ਵਸੀਲਾ ਨਾ ਵਿਖਿਆ, ਇਹਨੇ ਆਪਣੇ ਪੁੱਤਰ ਮਿਹਰਬਾਨ ਨੂੰ ਆਖਣਾ ਕੀਤਾ, ਪੁੱਤਰ
ਪਹਿਲਾਂ ਤੂੰ ਬਾਣੀ ਰਚਦਾ ਸੈਂ, ਉੱਥੇ ਤੂੰ ਆਪਣਾ ਥੱਲੇ ਨਾਮ ਲਿਖਣਾ ਸੈਂ। ਹੁਣ ਇੱਦਾਂ ਕਰ ਵੀ ਕੁਝ ਬਚਨ ਲਿਖ, ਕੁਝ ਬਾਣੀ ਰਚ, ਉਹਦੇ ਥੱਲੇ ਨਾਨਕ ਦਾ ਜਿਹੜਾ ਨਾਮ ਹੈ ਉਹ ਲਿਖਣਾ ਸ਼ੁਰੂ ਕਰ ਦੇ। ਭਾਵ ਲੇਵਲ ਹੈ ਜਿਹੜਾ ਉਹ ਨਾਨਕ ਦਾ ਨਾਮ ਲਾਉਣਾ ਸ਼ੁਰੂ ਕਰ ਦੇ। ਇੱਦਾਂ ਹੀ ਹੋਇਆ। ਕੁਝ ਸ਼ਬਦ ਇਹੋ ਜਿਹੇ ਜਿਹੜੇ ਇੰਨੇ ਕੁ ਪ੍ਰਚਲਿਤ ਹੋ ਗਏ ਵੀ ਸਿੱਖਾਂ ਦੇ ਵਿੱਚ ਜਿਹੜੇ ਆਮ ਸਿੱਖ ਸਨ ਉਹਨਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹ ਸ਼ਬਦ ਗੁਰੂ ਨਾਨਕ ਦੇ ਨਹੀਂ। ਕੁਝ ਸ਼ਬਦ ਮੈਂ ਤੁਹਾਡੇ ਸਨਮੁਖ ਰੱਖਾਂ। ਨਾਮ ਖੁਮਾਰੀ ਨਾਨਕਾ ਚੜੀ ਰਹੀ ਦਿਨ ਰਾਤ। ਕਈਆਂ ਨੂੰ ਇਸ ਗੱਲ ਦਾ ਭੁਲੇਖਾ ਹੈ ਵੀ ਇਹ ਸ਼ਾਇਦ ਜਿਹੜਾ ਸ਼ਬਦ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਹੈ। ਇਹ ਮਿਹਰਬਾਨ ਦਾ ਉਚਾਰਨ ਕੀਤਾ ਹੋਇਆ ਸੀ। ਇਹੋ ਜਿਹੇ ਹੋਰ ਵੀ ਕਈ ਸ਼ਬਦ ਨੇ। ਤੇ ਇੱਥੋਂ ਤੱਕ ਸਿੱਖਾਂ ਦੇ ਅੰਦਰ ਇਹ ਸ਼ਬਦ ਇੰਨੇ ਕੁ ਪੜ੍ਹੇ ਜਾਣ ਲੱਗ ਪਏ, ਇੰਨਾ ਕੁ ਭੁਲੇਖਾ ਪੈਦਾ ਹੋ ਗਿਆ ਵੀ ਇੱਕ ਦਿਨ ਤੇ ਅਜਿਹਾ ਹੋਇਆ, ਪੰਜਵੇਂ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਹੋਇਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਉੱਥੇ ਬੈਠੇ ਹੋਏ ਨੇ। ਇੱਕ ਸਿੱਖ ਆ ਕੇ ਸ਼ਬਦ ਪੜ੍ਹਦਾ ਤੇ ਸ਼ਬਦ ਜਦੋਂ ਪੜ੍ਹਿਆ ਗਿਆ ਤੇ ਉਸ ਸ਼ਬਦ ਨੂੰ ਸੁਣ ਕੇ ਭਾਈ ਗੁਰਦਾਸ ਜੀ ਵੀ, ਬਾਬਾ ਬੁੱਢਾ ਜੀ ਤੇ ਸਤਿਗੁਰੂ ਪਾਤਸ਼ਾਹ ਜੀ ਵੀ ਹੈਰਾਨ ਰਹਿ ਗਏ। ਤੇ ਸਤਿਗੁਰਾਂ ਨੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਤੇ ਪੁੱਛਣਾ ਕੀਤਾ, ਭਾਈ ਇਹ ਸ਼ਬਦ ਕਿੱਥੋਂ ਆਇਆ ਹੈ, ਕਿਹਦਾ ਤੁਸੀਂ ਸ਼ਬਦ ਪੜ੍ਹ ਰਹੇ ਹੋ? ਤੇ ਅੱਗੋਂ ਸਿੱਖ ਨੇ ਜਵਾਬ ਦਿੱਤਾ, ਸਤਿਗੁਰੂ ਪਾਤਸ਼ਾਹ ਜੀ ਇਹ ਤੇ ਸਤਿਗੁਰਾਂ ਦੀ ਬਾਣੀ ਹੈ, ਗੁਰੂ ਦੀ ਬਾਣੀ ਹੈ। ਤੇ ਇਹ ਸਤਿਗੁਰਾਂ ਦੀ ਬਾਣੀ ਦਾ ਜੋ ਸ਼ਬਦ ਹੈ ਇਹ ਸ਼ਬਦ ਮੈਂ ਪੜ੍ਹਿਆ। ਤੇ ਸਤਿਗੁਰੂ ਜੀ ਮੁਸਕਰਾ ਪਏ। ਤੇ ਭਾਈ ਗੁਰਦਾਸ ਜੀ ਆਖਣ ਲੱਗੇ, ਭਲਿਆ ਇਹ ਗੁਰਬਾਣੀ ਦਾ ਸ਼ਬਦ ਨਹੀਂ ਹੈ, ਇਹ ਮਿਹਰਬਾਨ ਦਾ ਉਚਾਰਨ ਕੀਤਾ ਹੋਇਆ ਇੱਕ ਕਾਵਿ ਟੋਟਾ ਹੈ, ਇੱਕ ਕਵਿਤਾ ਹੈ। ਕਿਉਂ ਗੁਰਬਾਣੀ ਉਸ ਨੂੰ ਆਖਿਆ ਜਾ ਸਕਦਾ ਹੈ ਜੋ ਉਸ ਅਕਾਲ ਪੁਰਖ ਦੀ ਸਿਫਤ ਦੇ ਵਿੱਚ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਹੋਈ ਹੈ। ਵੈਸੇ ਤਾਂ ਹਰੇਕ ਕੋਈ ਇਹ ਗੱਲ ਆਖ ਸਕਦਾ, ਮੇਰੇ ਵਰਗਾ ਵੀ ਕੋਈ ਨਿੱਕੀ ਜਿਹੀ ਕਵਿਤਾ ਲਿਖ ਕੇ ਉਹਨੂੰ ਕਹਿ ਦਿੰਦੇ ਆ ਵੀ ਮੈਂ ਕਵਿਤਾ ਲਿਖਿਆ, ਗੀਤ ਲਿਖੀ ਹੈ। ਪਰ ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛ ਕੇ ਵੇਖੋ, ਜਦੋਂ ਕਿਸੇ ਸਵਾਲ ਕੀਤਾ ਸੀ ਉਹਨਾਂ ਦੀ ਬਾਣੀ ਦੇ ਬਾਰੇ ਵੀ ਇਹ ਤੁਹਾਡੀ ਕੀ ਹੈ, ਵੀ ਇਹ ਕੋਈ ਕਵਿਤਾ ਹੈ ਜਾਂ ਗੀਤ ਹੈ, ਤੇ ਉੱਥੇ ਬਾਬਾ ਕਬੀਰ ਸਾਹਿਬ ਜੀ ਨੇ ਇਹ ਗੱਲ ਕੀਤੀ। ਆਖਣ ਲੱਗੇ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕਾਂ ਦੀ ਨਿਗਾਹ ਦੇ ਵਿੱਚ ਇਹ ਗੀਤ ਹੋ ਸਕਦਾ ਹੈ, ਲੋਕਾਂ ਦੀ ਨਿਗਾਹ ਦੇ ਵਿੱਚ ਇਹ ਕਵਿਤਾ ਹੋ ਸਕਦੀ ਹੈ, ਪਰ ਅਸਲ ਦੇ ਵਿੱਚ ਇਹ ਗੁਰਬਾਣੀ ਹੈ। ਜੋ ਸ਼ਬਦ ਹੈ ਇਹ ਤੇ ਉਸ ਮਾਲਕ ਪਰਮਾਤਮਾ ਦੀ ਵਿਚਾਰ ਹੈ। ਤੇ ਜਦੋਂ ਭਾਈ ਗੁਰਦਾਸ ਜੀ ਨੇ ਇਹ ਗੱਲ ਸਮਝਾਉਣਾ ਕੀਤੀ ਤੇ ਸਤਿਗੁਰਾਂ ਨੇ ਪੁੱਛਣਾ ਕੀਤਾ, ਭਾਈ ਗੁਰਦਾਸ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਸਤਿਗੁਰਾਂ ਦੀ ਬਾਣੀ ਨਹੀਂ ਹੈ? ਤੇ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਜਿਹੜਾ ਜਵਾਬ ਦਿੱਤਾ ਸੀ, ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਹਮੇਸ਼ਾ ਗੁਰੂ ਦੇ ਦਰਬਾਰ ਦੇ ਵਿੱਚ ਰਹਿਣਾ, ਹਰ ਸਮੇਂ ਬਾਣੀ ਨੂੰ ਪੜ੍ਹਨਾ, ਗੁਰੂ ਦੇ ਉਪਦੇਸ਼ਾਂ ਨੂੰ ਸੁਣਨਾ, ਇਹਨੂੰ ਸਭ ਸੁਣ ਕੇ ਵੀ ਜਦੋਂ ਭਾਈ ਗੁਰਦਾਸ ਜੀ ਨੇ ਜਵਾਬ ਦਿੱਤਾ, ਉਹ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਜਿਹੜੀ ਸੁਚੱਜੀ ਇਸਤਰੀ ਹੁੰਦੀ ਹੈ ਨਾ, ਸੁਚੱਜੀ ਇਸਤਰੀ, ਉਹਦਾ ਪਤੀ ਭਾਵੇਂ 100 ਮੀਟਰ ਦੀ ਦੂਰੀ ਦੇ ਉੱਤੇ ਵੀ ਕਿਸੇ ਨਾਲ ਗੱਲਾਂ ਕਰਦਾ ਹੋਵੇ, ਉੱਥੇ ਭਾਵੇਂ ਜਿੰਨੀ ਮਰਜ਼ੀ ਭੀੜ ਹੋਵੇ, ਜਿੰਨਾ ਮਰਜ਼ੀ ਇਕੱਠ ਹੋਵੇ, ਭਾਵੇਂ ਉੱਥੇ 10 ਜਾਣਿਆਂ ਦਾ 10 ਮਨੁੱਖਾਂ ਦਾ ਰੌਲਾ ਪੈ ਰਿਹਾ ਹੈ, ਪਰ ਜਿਹੜੀ ਇਸਤਰੀ ਹੈ ਉਹ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਨ ਲਵੇਗੀ ਕਿ ਇਹ ਮੇਰੀ ਪਤੀ ਦੀ ਆਵਾਜ਼ ਹੈ। ਇਸੇ ਪ੍ਰਕਾਰ ਖਸਮ ਤੇ ਮੇਰਾ ਬਾਣੀ ਹੈ ਨਾ, ਖਸਮ ਤੇ ਉਹੀ ਅਸੀਂ ਤੇ ਉਹਦੀਆਂ ਜੀਵ ਇਸਤਰੀਆਂ। ਤੇ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਇੰਨੀ ਕੁ ਰਹਿਮਤ ਹੈ ਵੀ ਉਹਦੀ ਜਿਹੜੀ ਬਾਣੀ ਹੈ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਗੁਰੂ ਦੀ ਬਾਣੀ ਹੈ ਜਾਂ ਇਹ ਕਿਸੇ ਦੀ ਕਵਿਤਾ ਹੈ। ਤੇ ਭਾਈ ਗੁਰਦਾਸ ਜੀ ਨੇ ਇੱਥੇ ਬੇਨਤੀ ਵੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਹੱਥ ਜੋੜ ਕੇ ਬੇਨਤੀ ਹੈ, ਚਲੋ ਸਾਨੂੰ ਤੇ ਜਿਹੜੇ ਕੁਝ ਸਿੱਖ ਨੇ ਜਿਹੜੇ ਤੇ ਹਰ ਰੋਜ਼ ਡੇਲੀ ਦੀ ਰੂਟੀਨ ਦੇ ਵਿੱਚ ਬਾਣੀ ਪੜ੍ਹਨ ਵਾਲੇ ਨੇ,
ਉਹ ਤੇ ਇਸ ਗੱਲ ਤੋਂ ਜਾਣੂ ਨੇ ਕਿਹੜੀ ਗੁਰਬਾਣੀ ਹੈ, ਕਿਹੜੀ ਕੱਚੀ ਬਾਣੀ ਹੈ, ਕਿਹੜੀ ਸੱਚੀ ਬਾਣੀ ਹੈ। ਪਰ ਕੁਝ ਇਹੋ ਜਿਹੇ ਸਿੱਖ ਨੇ ਜਿਹੜੇ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਰਹਿੰਦੇ ਨੇ, ਜਿਹੜੇ ਹਜੇ ਨਵੀਂ ਨਵੀਂ ਸਿੱਖੀ ਨੂੰ ਧਾਰਨ ਕੀਤਾ ਤੇ ਉਹ ਕਿਤੇ ਇਹ ਨਾ ਹੋਵੇ ਭੁਲੇਖੇ ਦੇ ਵਿੱਚ ਪੈ ਜਾਵੇ ਤੇ ਭੁਲੇਖੇ ਦੇ ਵਿੱਚ ਪੈ ਕੇ ਇਸ ਬਾਣੀ ਦੇ ਵਿੱਚ ਰਲਾ ਪੈ ਜਾਵੇ। ਇਹਦੇ ਲਈ ਕੋਈ ਨਾ ਕੋਈ ਜਿਹੜਾ ਯਤਨ ਹੈ, ਕੋਈ ਨਾ ਕੋਈ ਉਪਰਾਲਾ ਤੁਸੀਂ ਕਰੋ। ਉੱਥੇ ਫਿਰ ਸਤਿਗੁਰਾਂ ਨੇ ਉਪਰਾਲਾ ਇਹ ਕੀਤਾ ਵੀ ਰਾਮਸਰ ਜਿਹੜਾ ਸਰੋਵਰ ਹੈ ਅੰਮ੍ਰਿਤਸਰ ਦੀ ਧਰਤੀ 'ਤੇ, ਉਹਦੇ ਕਿਨਾਰੇ ਦੇ ਉੱਤੇ ਹੁਣ 5 ਗੁਰੂ ਸਾਹਿਬਾਨਾਂ ਦੀ ਬਾਣੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 5ਵੇਂ ਜਾਮੇ ਤੱਕ ਆਪਣੀ ਵੀ ਬਾਣੀ, 11 ਭੱਟਾਂ ਦੀ, 15 ਭਗਤਾਂ ਦੀ ਤੇ 3 ਗੁਰਸਿੱਖਾਂ ਦੀ ਜਿਹੜੀ ਬਾਣੀ ਹੈ, ਉਹਨੂੰ ਇਕੱਠਾ ਕਰਕੇ ਜਿਹੜੀ ਸੱਚ ਦਾ ਰੂਪ ਸੀ, ਜਿਹਦੇ ਵਿੱਚ ਸੱਚ ਦਾ ਸੰਦੇਸ਼ ਸੀ, ਜਿਹਦੇ ਵਿੱਚ ਸੱਚ ਦੀ ਗੱਲ ਕੀਤੀ ਜਾਂਦੀ ਸੀ, ਇਹਨੂੰ ਹੁਣ ਇਕੱਠਾ ਕਰਕੇ ਇੱਕ ਬੀੜ ਜਿਹੜੀ ਤਿਆਰ ਕਰਨ ਦਾ ਲੱਗੇ ਨੇ। ਇਸ ਗੱਲ ਦਾ ਜਿਹੜਾ ਰੌਲਾ ਹੈ ਉਹ ਦੂਰ ਦਰੇਡੀਆਂ ਸੰਗਤਾਂ ਕੋਲ ਵੀ ਪਹੁੰਚ ਗਿਆ ਵੀ ਸਤਿਗੁਰੂ ਪਾਤਸ਼ਾਹ ਜੀ ਇੱਕ ਅਜਿਹੀ ਬੀੜ ਤਿਆਰ ਕਰ ਰਹੇ ਨੇ ਜਿਹਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੋਵੇਗੀ, ਜਿਹੜੇ ਉਸ ਮਾਲਕ ਦੇ ਨਾਲ ਜੁੜੇ ਹੋਏ ਨੇ, ਜਿਹੜੇ ਸੱਚ ਦੇ ਨੇ, ਜਿਨ੍ਹਾਂ ਨੇ ਸੱਚ ਦੇ ਬੋਲ ਨੇ। ਹੁਣ ਉਸ ਸਮੇਂ ਵੀ ਕਈ ਇਹੋ ਜਿਹੇ ਭਗਤ ਸਨ ਜਿਹੜੇ ਆਪਣੇ ਆਪ ਨੂੰ ਰੱਬ ਦਾ ਰੂਪ ਵੀ ਕਹਾਉਂਦੇ ਸਨ। ਕਿਉਂ ਕਈ ਵਾਰੀ ਹੁੰਦਾ ਨਾ ਵੀ ਥੋੜ੍ਹਾ ਜਿਹਾ ਮਨੁੱਖ ਨਾਮ ਜਪੇ ਤੇ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੋ ਜਾਂਦਾ ਹੈ। ਇਸੇ ਪ੍ਰਕਾਰ ਕੁਝ ਇਹੋ ਜਿਹੇ ਸਨ ਜਿਨ੍ਹਾਂ ਦੇ ਨੇੜੇ ਤੇੜੇ ਵੀ ਰੱਬ ਨਹੀਂ ਸੀ, ਰੱਬ ਕਿਤੇ ਦੂਰ ਸੀ ਉਹਨਾਂ ਤੋਂ, ਪਰ ਉਹਨਾਂ ਨੇ ਆਪਣੇ ਉੱਤੇ ਜਿਹੜਾ ਲੇਬਲ ਲਾਇਆ ਹੋਇਆ ਸੀ ਉਹ ਲਾਇਆ ਹੋਇਆ ਸੀ ਉਸ ਪਰਮਾਤਮਾ ਦੇ ਭਗਤਾਂ ਦਾ। ਜਦੋਂ ਇਸ ਗੱਲ ਦਾ ਪਤਾ ਦੂਰ ਦਰੇਡੇ ਦੇ ਸਿੱਖਾਂ ਦੇ ਵਿੱਚ ਪਤਾ ਲੱਗਾ ਵੀ ਸਤਿਗੁਰੂ ਰਾਮਸਰ ਸਰੋਵਰ ਦੇ ਕਿਨਾਰੇ ਦੇ ਉੱਤੇ ਇੱਕ ਗ੍ਰੰਥ ਤਿਆਰ ਕਰ ਰਹੇ ਨੇ, ਉਹ ਗ੍ਰੰਥ ਜਦੋਂ ਤੱਕ ਦੁਨੀਆ ਰਵੇਗੀ ਉਦੋਂ ਤੱਕ ਉਹ ਗ੍ਰੰਥ ਰਵੇਗਾ, ਜਿਸ ਦੀ ਬਾਣੀ ਇਹਦੇ ਵਿੱਚ ਦਰਜ ਹੋ ਗਈ ਤੇ ਉਹ ਹਮੇਸ਼ਾ ਉਹਦੀ ਬਾਣੀ ਪੜ੍ਹੀ ਜਾਵੇਗੀ। ਉਹ ਅੱਜ ਵੀ ਤੇ ਆਦ ਵੀ, ਜੁਗਾਦ ਵੀ ਤੇ ਹਮੇਸ਼ਾ ਦੇ ਲਈ ਰਵੇਗਾ। ਹੁਣ ਇਸ ਗੱਲ ਦਾ ਜਦੋਂ ਪਤਾ ਲਾਹੌਰ ਦੀ ਧਰਤੀ ਦੇ ਉੱਤੇ ਰਹਿੰਦੇ 4 ਭਗਤਾਂ ਨੂੰ ਲੱਗਾ, ਕਾਨਾ, ਛੱਜੂ, ਪੀਲੂ ਤੇ ਸ਼ਾਹ ਹੁਸੈਨ। ਕਾਨਾ ਜਿਹੜਾ ਕੁਝ ਇਤਿਹਾਸਕਾਰਾਂ ਇੱਥੋਂ ਤੱਕ ਇਹ ਵੀ ਲਿਖਿਆ ਵੀ ਕਾਨਾ ਰਿਸ਼ਤੇ ਦੇ ਵਿੱਚੋਂ ਜਿਹੜਾ ਚੰਦੂ ਹੈ ਨਾ, ਚੰਦੂ ਦੇ ਚਾਚੇ ਦਾ ਭਰਾ ਵੀ ਕਿਸੇ ਨੇ ਲਿਖਿਆ ਤੇ ਕਿਸੇ ਨੇ ਭੂਆ ਤੇ ਮਾਮੇ ਦੇ ਪੁੱਤਰ ਲਿਖੇ ਨੇ, ਆਪਸ ਦੇ ਵਿੱਚ ਭਰਾ ਲੱਗਦੇ ਸਨ, ਭਾਵ ਆਪਸ ਦੇ ਵਿੱਚ ਰਿਸ਼ਤੇਦਾਰੀ ਪੈਂਦੀ ਸੀ। ਤੇ ਕਾਨਾ ਹੁਣ ਆਲੇ ਦੁਆਲੇ ਦੇ ਜਿਹੜੇ ਇਲਾਕੇ ਦੇ ਵਿੱਚ ਸਨ ਵੀ ਕਿਸੇ ਨੂੰ ਬੋਲਣ ਨਹੀਂ ਸੀ ਦਿੰਦਾ, ਨਿੱਕੇ ਮੋਟੇ। ਹੁਣ ਜਦੋਂ ਇਹਨੂੰ ਇਸ ਗੱਲ ਦਾ ਪਤਾ ਲੱਗਾ ਤੇ ਮਨ ਦੇ ਵਿੱਚ ਹੰਕਾਰ ਕਰਦਾ ਹੋਇਆ ਬੋਲਣ ਲੱਗਾ ਵੀ ਇਹ ਕਿੱਦਾਂ ਹੋ ਸਕਦਾ ਹੈ, ਸਾਡੀ ਤੇ ਜਿਹੜੀ ਪਹੁੰਚ ਦਰਬਾਰ ਤੱਕ ਹੈ, ਸ਼ਾਹੀ ਦਰਬਾਰੀ ਤੱਕ ਹੈ, ਦਿੱਲੀ ਤੱਕ ਸਾਡੀ ਪਹੁੰਚ ਹੈ। ਜੇਕਰ ਕੋਈ ਧਰਮ ਦੇ ਨਾਂ 'ਤੇ ਕੰਮ ਕਰਦਾ ਹੈ ਤੇ ਸਾਨੂੰ ਪੁੱਛ ਕੇ ਕਰਦੇ ਨੇ। ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੀ ਜੋਤ ਗ੍ਰੰਥ ਤਿਆਰ ਕਰ ਰਿਹਾ ਤੇ ਸਾਨੂੰ ਪੁੱਛਿਆ ਵੀ ਨਹੀਂ ਕਿ ਅਸੀਂ ਰੱਬ ਦੇ ਭਗਤ ਨਹੀਂ। ਇਹਨੇ ਕੀ ਕੀਤਾ ਵੀ ਆਪਣੇ ਨਾਲ 3 ਸਾਥੀਆਂ ਨੂੰ ਨਾਲ ਲਿਆ, ਚਾਰੇ ਜਾਣੇ ਚੱਲ ਕੇ ਸਤਿਗੁਰਾਂ ਦੇ ਕੋਲ ਆਉਂਦੇ ਨੇ ਰਾਮਸਰ ਸਰੋਵਰ ਦੇ ਕਿਨਾਰੇ। ਇਤਿਹਾਸਕਾਰ ਲਿਖਦੇ ਨੇ ਉਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਦੀ ਆਰੰਭਤਾ ਕੀਤੀ ਸੀ, ਬਾਣੀ ਦਰਜ ਕਰ ਰਹੇ ਸਨ। ਸਤਿਗੁਰਾਂ ਦੀ ਬਾਣੀ ਨੂੰ ਲਿਖਿਆ ਸੀ ਤੇ ਅੱਗੇ ਭਗਤ ਸਾਹਿਬਾਨਾਂ ਦੀ ਬਾਣੀ ਲਿਖਣੀ ਆਰੰਭੀ ਸੀ, ਸ਼ੁਰੂ ਕੀਤੀ ਸੀ। 3 ਭਗਤਾਂ ਨੇ ਤੇ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਪਰ ਕਾਨਾ ਜਿਹੜਾ ਹੰਕਾਰ ਦੇ ਵਿੱਚ ਇੰਨਾ ਕੁ ਭਿੱਜਾ ਹੋਇਆ ਸੀ, ਇੰਨਾ ਕੁ ਭਰਿਆ ਹੋਇਆ ਸੀ, ਇਹਨੇ ਸਤਿਗੁਰਾਂ ਨੂੰ ਜਾ ਕੇ ਨਮਸਕਾਰ ਵੀ ਨਹੀਂ ਕੀਤੀ ਤੇ ਜਾ ਕੇ ਬਹਿ ਗਿਆ। ਪੁੱਛਣਾ ਕੀਤਾ ਸਤਿਗੁਰਾਂ ਨੇ, ਭਲਿਓ ਕਿਵੇਂ ਆਏ ਹੋ? ਤੇ ਅੱਗੋਂ ਇਹਨਾਂ ਜਵਾਬ ਦਿੱਤਾ, ਸਤਿਗੁਰੂ ਜੀਓ ਅਸੀਂ ਸੁਣਿਆ ਕੋਈ ਤੁਸੀਂ ਗ੍ਰੰਥ ਤਿਆਰ ਕਰ ਰਹੇ ਹੋ। ਤੇ ਸਤਿਗੁਰੂ ਜੀ ਕਹਿਣ ਲੱਗੇ ਹਾਂਜੀ ਕਰ ਰਹੇ ਹਾਂ। ਕਹਿੰਦੇ ਮੋਇਆਂ ਨੂੰ ਤੁਸੀਂ ਉਹਨਾਂ ਦੀ ਬਾਣੀ ਤੁਸੀਂ ਦਰਜ ਕਰੀ ਜਾ ਰਹੇ ਹੋ ਤੇ ਜਿਹੜੇ ਜਿਉਂਦੇ ਜਾਗਦੇ ਉਹਨਾਂ ਨੂੰ ਤੁਸੀਂ ਪੁੱਛਦੇ ਵੀ ਨਹੀਂ ਪਏ। ਤੇ ਸਤਿਗੁਰੂ ਜੀ ਕਹਿਣ ਲੱਗੇ ਤੁਹਾਡਾ ਕਹਿਣ ਦਾ ਮਤਲਬ ਕੀ ਹੈ?
ਕਹਿਣ ਲੱਗੇ ਰਵਿਦਾਸ ਸੰਸਾਰ ਤੋਂ ਚਲਾ ਗਿਆ, ਕਬੀਰ ਚਲਾ ਗਿਆ, ਪੀਪਾ ਚਲਾ ਗਿਆ, ਧੰਨਾ ਜੱਟ ਚਲਾ ਗਿਆ, ਇਹ ਸਾਰੇ ਚਲੇ ਗਏ, ਉਹਨਾਂ ਦੀ ਬਾਣੀ ਤੁਸੀਂ ਦਰਜ ਕਰ ਰਹੇ ਹੋ। ਮੌਜੂਦਾ ਜਿਹੜੇ ਭਗਤ ਨੇ ਉਹਨਾਂ ਨੂੰ ਤੁਸੀਂ ਪੁੱਛ ਵੀ ਨਹੀਂ ਰਹੇ। ਤੁਹਾਡਾ ਫਰਜ਼ ਬਣਦਾ ਸੀ ਵੀ ਤੁਸੀਂ ਸਾਨੂੰ ਇੱਕ ਵਾਰੀ ਸੱਦਦੇ, ਪੁੱਛਦੇ, ਅਸੀਂ ਗ੍ਰੰਥ ਲਿਖ ਰਹੇ ਹਾਂ, ਤੁਸੀਂ ਕੋਈ ਆਪਣੇ ਬੋਲ ਤੇ ਨਹੀਂ ਦਰਜ ਕਰਾਣੇ। ਤੇ ਸਤਿਗੁਰੂ ਜੀ ਮੁਸਕਰਾ ਕੇ ਆਖਣ ਲੱਗੇ, ਭਲਿਆ ਚੱਲ ਕੋਈ ਗੱਲ ਨਹੀਂ, ਇੱਦਾਂ ਕਰ ਵੀ ਆ ਭਗਤ ਸਾਹਿਬਾਨਾਂ ਦੀ ਅਸੀਂ ਬਾਣੀ ਦਰਜ ਕਰਨ ਲੱਗੇ ਹਾਂ, ਤੇ ਜੇਕਰ ਤੁਹਾਡੀ ਵੀ ਬਾਣੀ ਉਸ ਅਕਾਲ ਪੁਰਖ ਦੀ ਮਹਿਮਾ ਦੇ ਵਿੱਚ ਹੋਵੇਗੀ ਜਾਂ ਗੁਰੂ ਨਾਨਕ ਦੇ ਘਰ ਦੇ ਨਾਲ ਮਿਲਦੀ ਹੋਵੇਗੀ, ਤੇ ਤੁਹਾਡੀ ਵੀ ਜਿਹੜੀ ਬਾਣੀ ਹੈ ਉਹ ਦਰਜ ਕਰ ਦਿੱਤੀ ਜਾਵੇਗੀ। ਇੱਕ ਇੱਕ ਕਰਕੇ ਤੁਸੀਂ ਆਪਣਾ ਜਿਹੜੇ ਬੋਲਣੇ ਬੋਲ ਸੁਣਾਣੇ ਕਰੋ। ਸਭ ਤੋਂ ਪਹਿਲਾਂ ਅੱਗੇ ਕਾਨਾ ਹੋਇਆ। ਕਾਨਾ ਅੱਗੇ ਹੋ ਕੇ ਬੋਲਣ ਲੱਗਾ, ਆਖਣ ਲੱਗਾ, ਮੈਂ ਉਹੀ ਰੇ ਜਾਕੋ ਨਾਰਦ ਸਾਰਦ ਸੇਵੇ ਦੇਵੀ ਦੇਵਾਰੇ। ਕਹਿਣ ਲੱਗਾ ਹੰਕਾਰ ਦੇ ਵਿੱਚ ਮੈਂ ਉਹੀ ਹਾਂ, ਉਸ ਰੱਬ ਦਾ ਰੂਪ ਹਾਂ। ਮੈਨੂੰ ਜਿਹਨੂੰ ਉਹ ਨਾਰਦ ਸੇਵਦੇ ਪਏ ਨੇ, ਦੇਵਤੇ ਸੇਵਦੇ ਪਏ ਨੇ, ਭਾਵ ਇੱਥੋਂ ਦੇ ਲੋਕ ਸੇਵਦੇ ਪਏ ਨੇ। ਤੇ ਸਤਿਗੁਰੂ ਜੀ ਮੁਸਕਰਾ ਪਏ, ਕਹਿਣ ਲੱਗੇ, ਕਾਨਾ ਜੀ ਤੁਹਾਡੀ ਬਾਣੀ ਨਹੀਂ ਦਰਜ ਹੋ ਸਕਦੀ। ਕਹਿਣ ਲੱਗਾ ਕਿਉਂ? ਆਖਣ ਲੱਗੇ ਤੁਹਾਡੀ ਬਾਣੀ ਦੇ ਵਿੱਚ ਹੰਕਾਰ ਹੈ, ਜਿਹੜਾ ਤੁਹਾਡੀ ਬੋਲਾਂ ਨੂੰ ਪੜ੍ਹੇਗਾ ਉਹਦੇ ਅੰਦਰ ਹੰਕਾਰੀ ਆਵੇਗਾ। ਇਹ ਗੁਰੂ ਨਾਨਕ ਦਾ ਘਰ ਨਿਮਰਤਾ ਦਾ ਘਰ ਹੈ। ਇਹ ਗੁਰੂ ਨਾਨਕ ਦੀ ਬਾਣੀ ਦੇ ਨਾਲ ਇਹ ਮੇਲ ਨਹੀਂ ਖਾਂਦੀ। ਕਹਿਣ ਲੱਗਾ ਤੁਹਾਨੂੰ ਪਤਾ ਹੈ ਮੈਂ ਕੌਣ ਹਾਂ? ਤੇ ਸਤਿਗੁਰੂ ਜੀ ਮੁਸਕਰਾ ਕੇ ਆਖਣ ਲੱਗੇ, ਤੂੰ ਉਹੀ ਹੈ ਜਿਹੜਾ ਲਾਹੌਰੋਂ ਤੁਰਿਆ ਸਾ, ਕਹਿਣ ਮਨ ਦੇ ਵਿੱਚ ਸੋਚਦਾ ਪਿਆ ਸਾ, ਮੈਨੂੰ ਪੁੱਛਿਆ ਨਹੀਂ ਸਤਿਗੁਰਾਂ ਨੇ ਬਾਣੀ ਲਿਖਣ ਵੇਲੇ। ਅੰਦਰੋਂ ਗੁੱਸੇ ਦੇ ਨਾਲ ਭਰ ਪਿਆ। ਕਹਿਣ ਲੱਗਾ ਤੁਸੀਂ ਮੇਰੀ ਬਾਣੀ ਕਿਉਂ ਨਹੀਂ ਦਰਜ ਕਰ ਸਕਦੇ? ਤੁਹਾਨੂੰ ਪਤਾ ਹੈ ਮੇਰਾ ਸ਼ਾਹੀ ਦਰਬਾਰ ਤੱਕ ਜਿਹੜਾ ਰੁਤਬਾ ਹੈ, ਉੱਥੋਂ ਤੱਕ ਮੈਂ ਜੁੜਿਆ ਹੋਇਆ। ਤੇ ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਇੱਥੇ ਸੰਸਾਰ ਦੇ ਦਰਬਾਰਾਂ ਦੀ ਗੱਲ ਨਹੀਂ, ਇੱਥੇ ਉਹਦੀ ਬਾਣੀ ਦਰਜ ਹੈ ਜਿਸ ਜਿਹੜਾ ਨਿਰੰਕਾਰ ਨੂੰ ਮੰਨਦਾ ਹੈ। ਤੇਰੇ ਅੰਦਰ ਤੇ ਹੰਕਾਰ ਦਰਜ ਆ ਰਿਹਾ, ਤੇਰੇ ਅੰਦਰ ਤੇ ਹੰਕਾਰ ਆ ਰਿਹਾ। ਉਹ ਗੁਰੂ ਨਾਨਕ ਜਿਸ ਨੂੰ ਭੱਟ ਸਾਹਿਬਾਨਾਂ ਨੇ ਅਕਾਲ ਦਾ ਰੂਪ ਲਿਖਿਆ ਹੈ, ਉਹਦੀ ਸ਼ੋਭਾ ਦੇ ਵਿੱਚ ਵਡਿਆਈ ਲਿਖੀ ਹੈ, ਤੇ ਉਹ ਆਪਣੀ ਬਾਣੀ ਦੇ ਵਿੱਚ ਜੇਕਰ ਗੱਲ ਕਰ ਰਿਹਾ ਤੇ ਉਹ ਆਪਣੇ ਆਪ ਨੂੰ ਨੀਚ ਕਹਿ ਰਿਹਾ। ਆਪਾਂ ਹਰ ਰੋਜ਼ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਹੇ ਮਾਲਕ ਮੈਂ ਤੇਰੇ ਤੋਂ ਵਾਰਿਆ ਨਹੀਂ ਜਾ ਸਕਦਾ, ਇਹ ਨਾਨਕ ਨੀਚ ਹੈ। ਹਰ ਰੋਜ਼ ਸੋਦਰ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ। ਕਹਿੰਦਾ ਤੁਹਾਡੇ ਬੋਲਾਂ ਦੇ ਵਿੱਚੋਂ ਹੰਕਾਰ ਨਜ਼ਰ ਆ ਰਿਹਾ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਨਿਮਰਤਾ ਵਾਲੇ ਪ੍ਰਵਾਨ ਨੇ। ਤੇ ਸਤਿਗੁਰੂ ਜੀ ਆਖਣ ਲੱਗੇ ਵੀ ਛੱਜੂ ਜੀ ਇੱਦਾਂ ਕਰੋ, ਹੁਣ ਤੁਸੀਂ ਆਪਣੇ ਬੋਲ ਸੁਣਨਾ ਕਰੋ। ਤੇ ਉਹਨੇ ਜਿਹੜੇ ਬੋਲ ਸੁਣਾਏ, ਆਖਣ ਲੱਗਾ, ਕਾਗਜ਼ ਸੰਧੀ ਪੁਤਲੀ ਤਉ ਨਾ ਤਰਿਆ ਚਿਤਾਰ, ਇਉਂ ਹੀ ਮਰ ਲੈ ਜਾਵੇਗੀ ਜਿਉਂ ਬਲੋਚਾਂ ਕੀ ਬਾਹਰ। ਕਹਿੰਦੇ ਇਸਤਰੀ ਜੇਕਰ ਕਾਗਜ਼ ਦੇ ਉੱਤੇ ਵੀ ਇਸਤਰੀ ਦੀ ਫੋਟੋ ਬਣੀ ਹੋਈ ਹੈ ਭਾਈ, ਉਹਦੇ ਵੱਲ ਵੀ ਨਾ ਵੇਖ। ਕਿਉਂ? ਇਹ ਇਹੋ ਜਿਹੀ ਆ ਵੀ ਇਹਨੇ ਤੈਨੂੰ ਉਹਦੇ ਵਿੱਚ ਵੀ ਮੋਹ ਲੈਣਾ, ਉਹਦੇ ਵਿੱਚ ਵੀ ਤੈਨੂੰ ਗਲਤਾਨ ਕਰ ਦੇਵੇਗੀ, ਵਿਕਾਰਾਂ ਦੇ ਵਿੱਚ ਫਸਾ ਦੇਵੇਗੀ। ਬਸ ਇੱਦਾਂ ਫਸਾਵੇਗੀ ਜਿਵੇਂ ਰਾਜਸਥਾਨ ਦੇ ਵਿੱਚ ਜਿਹੜੇ ਬਲੋਚ ਨੇ, ਡਾਕੂ ਨੇ, ਉਹ ਲੁੱਟਿਆ ਕਰਦੇ ਸਨ। ਉਹਨਾਂ ਦੀ ਧਾੜ ਦਾ ਪਤਾ ਨਹੀਂ ਸੀ ਲੱਗਦਾ, ਇੱਧਰੋਂ ਆਏ ਤੇ ਕਿੱਧਰੋਂ ਆਏ ਤੇ ਕਿੱਧਰੋਂ ਚਲੇ ਗਏ, ਕਦੋਂ ਲੁੱਟ ਲਿਆ ਤੇ ਕਦੋਂ ਚਲੇ ਗਏ। ਤੇ ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਭਲਿਆ ਤੇਰੀ ਵੀ ਬਾਣੀ ਨਹੀਂ ਦਰਜ ਹੋ ਸਕਦੀ। ਕਹਿਣ ਲੱਗਾ ਮੈਂ ਕੁਝ ਮਾੜਾ ਲਿਖਿਆ? ਤੇ ਸਤਿਗੁਰੂ ਜੀ ਕਹਿਣ ਲੱਗੇ, ਉਹ ਇਸਤਰੀ ਜਿਹਦੇ ਤੋਂ ਤੂੰ ਪੈਦਾ ਹੋਇਆ ਹੈ, ਜਿਸ ਨੇ ਸੰਸਾਰ ਦੇ ਅੰਦਰ ਵੱਡੇ ਵੱਡੇ ਰਿਸ਼ੀਆਂ ਨੂੰ, ਮੁਨੀਆਂ ਨੂੰ, ਪੀਰਾਂ ਨੂੰ, ਪੈਗੰਬਰਾਂ ਨੂੰ, ਦੇਵਤਿਆਂ ਨੂੰ ਜਨਮ ਦਿੱਤਾ ਹੈ, ਤੂੰ ਉਹਦੇ ਇਸਤਰੀ ਤੋਂ ਨਿਕਾਰਦਾ ਪਿਆ। ਜੇਕਰ ਉਹ ਇਸਤਰੀ ਨਾ ਹੁੰਦੀ ਤੂੰ ਸੰਸਾਰ ਦੇ ਅੰਦਰ ਜਨਮ ਨਹੀਂ ਸੀ ਲੈਣਾ। ਗੁਰੂ ਨਾਨਕ ਨੇ ਸਤਿਕਾਰ ਦਿੱਤਾ। ਪਿਆਰ ਵਾਲਿਓ ਇੱਕ ਗੱਲ ਦਾ ਧਿਆਨ ਰੱਖਿਆ ਜੀ,
ਗੁਰੂ ਨਾਨਕ ਦਾ ਦਰ ਇਹੋ ਜਿਹਾ ਜਿਸ ਜਗ੍ਹਾ ਦੇ ਉੱਤੇ ਜੇਕਰ ਸਭ ਤੋਂ ਪਹਿਲੀ ਵਾਰ ਇਸਤਰੀ ਨੂੰ ਸਤਿਕਾਰ ਮਿਲਿਆ ਉਹ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਮਿਲਿਆ ਸੀ। ਗੁਰੂ ਨਾਨਕ ਨੇ ਇਹ ਬੋਲ ਲਿਖੇ ਸਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉਸ ਇਸਤਰੀ ਨੂੰ ਮਾੜਾ ਕਿਉਂ ਕਿਹਾ ਜਾ ਸਕਦਾ ਹੈ ਜਿਹਦੇ ਤੋਂ ਵੱਡੇ ਵੱਡੇ ਰਾਜੇ ਪੈਦਾ ਹੋਏ ਨੇ, ਜਿਹਦੇ ਤੋਂ ਬਲੀ ਪੈਦਾ ਹੋਏ ਨੇ। ਤੇ ਸਤਿਗੁਰੂ ਜੀ ਕਹਿਣ ਲੱਗੇ ਤੇਰੇ ਵੀ ਬੋਲ ਨਹੀਂ ਦਰਜ ਹੋ ਸਕਦੇ। ਤੇ ਤੀਜੀ ਜਦੋਂ ਵਾਰੀ ਆਈ ਪੀਲੂ ਦੀ, ਤੇ ਪੀਲੂ ਅੱਗੋਂ ਆਖਣ ਲੱਗਾ, ਕਹਿੰਦੇ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ, ਉਹਨਾਂ ਚਿੱਕੜ ਪਾਪ ਨਾ ਡੋਬਿਆ ਨਾ ਅਲੋਦ ਪਏ। ਕਹਿੰਦੇ ਸਾਡੇ ਨਾਲੋਂ ਤੇ ਉਹ ਚੰਗੇ ਨੇ ਜਿਹੜੇ ਜੰਮੇ ਤੇ ਨਾਲੋਂ ਨਾਲ ਸੰਸਾਰ ਤੋਂ ਚਲੇ ਗਏ। ਭਾਵ ਜੰਮੇ ਨੇ ਤੇ ਸੰਸਾਰ ਤੋਂ ਚਲੇ ਗਏ। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਤੇਰੀ ਵੀ ਬਾਣੀ ਨਹੀਂ ਦਰਜ ਹੋ ਸਕਦੀ। ਕਿਉਂ? ਆਖਣ ਲੱਗੇ ਜੇਕਰ ਸੰਸਾਰ ਦੇ ਅੰਦਰ ਬੰਦਾ ਕੋਈ ਮਕਸਦ ਲੈ ਕੇ ਆਇਆ, ਜੇਕਰ ਉਸ ਬੰਦੇ ਦਾ ਮਕਸਦ ਹੀ ਨਾ ਪੂਰਾ ਹੋਇਆ ਫਿਰ ਆਉਣ ਦਾ ਫਾਇਦਾ ਕੀ ਹੈ। ਹੁਣ ਮਨੁੱਖ ਕੋਈ ਘਰੋਂ ਕੰਮ ਦੇ ਲਈ ਜਾਵੇ, ਤੁਰਿਆ ਹੋਵੇ ਤੇ ਅੱਗੋਂ ਰਸਤੇ ਦੇ ਵਿੱਚੋਂ ਮੁੜ ਕੇ ਆ ਜਾਵੇ, ਕੰਮ ਨਾ ਕਰਕੇ ਆਵੇ, ਤੇ ਘਰ ਦੇ ਤੇ ਇਹ ਕਹਿਣਗੇ ਤੈਨੂੰ ਕੰਮ ਲਈ ਭੇਜਿਆ ਸੀ, ਤੂੰ ਮਕਸਦ ਨਹੀਂ ਪੂਰਾ ਕਰਕੇ ਆਇਆ। ਹੁਣ ਮਕਸਦ ਜੇਕਰ ਪੂਰਾ ਕਰਨਾ ਤੇ ਸਾਨੂੰ ਲੰਮੀ ਉਮਰ ਵੀ ਚਾਹੀਦੀ ਹੈ, ਤੇ ਲੰਮੀ ਉਮਰ ਹੋਵੇਗੀ ਤੇ ਪਰਮਾਤਮਾ ਦਾ ਨਾਮ ਜਪਿਆ ਜਾਵੇਗਾ, ਤੇ ਨਾਮ ਜਪਾਂਗੇ ਤੇ ਮਕਸਦ ਨੂੰ ਪੂਰਾ ਕਰਾਂਗੇ, ਮਨੋਰਥ ਨੂੰ ਪੂਰਾ ਕਰਾਂਗੇ। ਤੇ ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਕਹਿੰਦੇ ਤੂੰ ਤੇ ਪਹਿਲਾਂ ਹੀ ਗੱਲ ਖਤਮ ਕਰ ਦਿੱਤੀ ਹੈ। ਮਨੁੱਖ ਸੰਸਾਰ ਦੇ ਉੱਤੇ ਜੇਕਰ ਬੰਦੇ ਦਾ ਜਨਮ ਹੋਇਆ ਕਿਹਦੇ ਕਰਕੇ? ਮਾਲਕ ਦੇ ਨਾਲ ਮਿਲਾਪ ਹੋਣਾ ਸੀ। ਕਹਿੰਦੇ ਉਹਨਾਂ ਦਾ ਮਿਲਾਪ ਕਿੱਥੋਂ ਹੋਵੇਗਾ ਜਿਹੜੇ ਜੰਮੇ ਤੇ ਨਾਲੋਂ ਨਾਲ ਮਰ ਗਏ। ਹੁਣ ਮਿਲਾਪ ਦੇ ਲਈ ਕੁਝ ਲੰਮਾ ਸਮਾਂ ਵੀ ਚਾਹੀਦਾ ਹੈ। ਨਾਮ ਜਪੇਗਾ, ਮਾਲਕ ਨੂੰ ਮਿਲੇਗਾ, ਪਰਮਾਤਮਾ ਨੂੰ ਸਿਮਰੇਗਾ। ਜਦੋਂ ਇਹਨਾਂ ਤਿੰਨਾਂ ਦੀ ਬਾਣੀ ਦੇ ਬਾਰੇ ਸੁਣਿਆ ਤੇ ਸਤਿਗੁਰਾਂ ਨੇ ਜਵਾਬ ਦਿੱਤਾ। ਹੁਣ ਵਾਰੀ ਆਈ ਸ਼ਾਹ ਹੁਸੈਨ ਦੀ। ਸ਼ਾਹ ਹੁਸੈਨ ਨੂੰ ਆਖਣ ਲੱਗੇ ਭਲਿਆ ਤੂੰ ਸੁਣਾ, ਭਗਤਾ ਤੂੰ ਸੁਣਾ ਕੀ ਲਿਖਿਆ। ਉਹ ਇੰਨਾ ਕੁ ਤੇਜ਼ ਸੀ ਕਿਉਂਕਿ ਵਿਦਵਾਨ ਤੇ ਹੈ ਹੀ ਸੀ। ਉਹਨੇ ਜਦੋਂ ਵੇਖਿਆ ਵੀ ਇਹ ਸਭ ਕੰਮ ਖਤਮ ਹੋ ਗਿਆ, ਜਿੰਨੇ ਬੋਲ ਮੈਂ ਲਿਖੇ ਨੇ ਸਭ ਖਤਮ ਹੋ ਗਏ, ਹੁਣ ਤੇ ਬਸ ਚੁੱਪ ਕਰਕੇ ਇਹ ਗੱਲ ਆਖ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਨਾਲੋਂ ਚੁੱਪ ਵੇ ਅੜਿਆ। ਇਹ ਜਦੋਂ ਬੋਲ ਆਖੇ ਤੇ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਤੇਰੀ ਵੀ ਨਹੀਂ ਹੋ ਸਕਦੀ। ਕਹਿਣ ਲੱਗਾ ਤੁਸੀਂ ਇਹਨਾਂ ਨੂੰ ਆਖਿਆ ਵੀ ਸਾਰਿਆਂ ਨੂੰ ਤੁਸੀਂ ਗਲਤ ਦੱਸ ਦਿੱਤਾ, ਹੁਣ ਮੈਂ ਚੁੱਪ ਰਹਿਣ ਲਈ ਕਹਿਣਾ ਪਿਆ, ਹੁਣ ਤੁਸੀਂ ਦੱਸੋ ਮੈਨੂੰ ਕਿਵੇਂ ਝੂਠਾ ਪਾਵੋਗੇ। ਕਹਿਣ ਲੱਗੇ ਕੁਝ ਵੀ ਕਹਿਣ ਦੇ ਲਈ ਬੰਦੇ ਨੂੰ ਬੋਲਣਾ ਪਵੇਗਾ। ਵਾਹਿਗੁਰੂ ਬੋਲਣਾ ਤੇ ਉਹਦੇ ਲਈ ਬੋਲਣਾ ਪਵੇਗਾ। ਤੂੰ ਗੁਰੂ ਸ਼ਬਦ ਵਰਤਿਆ ਤੇ ਉਹਦੇ ਲਈ ਤੂੰ ਬੋਲਿਆ। ਜੇਕਰ ਬੰਦਾ ਚੁੱਪ ਹੀ ਰਹੇਗਾ ਤੇ ਨਾਮ ਕਿਵੇਂ ਜਪੇਗਾ। ਜਪਣ ਲਈ ਬੋਲਣਾ ਪਵੇਗਾ, ਬਾਣੀ ਨੂੰ ਪੜ੍ਹਨ ਲਈ ਬੋਲਣਾ ਪਵੇਗਾ, ਕਿਸੇ ਨੂੰ ਬੁਲਾਉਣ ਦੇ ਲਈ ਬੋਲਣਾ ਪਵੇਗਾ। ਤੇ ਜਦੋਂ ਇਹਨਾਂ ਚੋਹਾਂ ਦੀ ਬਾਣੀ ਸਤਿਗੁਰਾਂ ਨੇ ਦਰਜ ਨਾ ਕੀਤੀ ਤੇ ਇਹ ਹੰਕਾਰ ਦੇ ਵਿੱਚ ਇੰਨਾ ਕੁ ਭਰਿਆ ਕਾਨਾ। ਤੇ ਬਾਕੀ ਤੇ ਤਿੰਨੇ ਜਿਹੜੇ ਭਗਤ ਨੇ ਉਹ ਇਤਿਹਾਸਕਾਰ ਲਿਖਦੇ ਵੀ ਇਹਨਾਂ ਆਖਿਆ ਵੀ ਸਤਿਗੁਰੂ ਤੁਸੀਂ ਗੁਰੂ ਹੋ, ਚਲੋ ਕੋਈ ਨਹੀਂ, ਜੇਕਰ ਤੁਸੀਂ ਬਾਣੀ ਨਹੀਂ ਦਰਜ ਕਰ ਸਕਦੇ ਇੰਨੇ ਕੁ ਰਹਿਮਤ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਜੇ, ਸਾਨੂੰ ਵੀ ਮੁਕਤੀ ਦੇ ਦਿਆ ਜੀ। ਪਰ ਕਾਨਾ ਹੰਕਾਰ ਦੇ ਵਿੱਚ ਇੰਨਾ ਕੁ ਭਰਿਆ, ਇੱਥੋਂ ਤੱਕ ਮਾੜੇ ਬੋਲ ਬੋਲਦਾ, ਕਹਿਣ ਲੱਗਾ ਮੈਂ ਦਰਬਾਰ ਦੇ ਵਿੱਚ ਜਾ ਕੇ ਜਿੱਤੇ ਤੁਹਾਡੀ ਸ਼ਿਕਾਇਤ ਕਰਾਂਗਾ, ਮੈਂ ਵੇਖਣਾ ਤੁਸੀਂ ਇਹਦਾ ਪ੍ਰਕਾਸ਼ ਕਿਵੇਂ ਕਰਦੇ ਹੋ, ਗ੍ਰੰਥ ਨੂੰ ਪੂਰਾ ਕਿਵੇਂ ਕਰਦੇ ਹੋ। ਤੇ ਇਸ ਗੱਲ ਨੂੰ ਲੈ ਕੇ ਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਉਹ ਸਮਾਂ ਵੀ ਆਵੇਗਾ, ਵੇਖ ਲਵਾਂਗੇ ਜਦੋਂ ਆਵੇਗਾ। ਇਤਿਹਾਸਕਾਰ ਲਿਖਦੇ ਲਾਹੌਰ ਜਾਣ ਤੋਂ ਪਹਿਲਾਂ ਹੀ ਰਸਤੇ ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਦੂਸਰੇ ਜਿਹੜੇ ਤਿੰਨ ਸਿੱਖ ਨੇ ਭਗਤ ਨੇ ਉਹ ਬਚ ਗਏ ਸਨ। ਤੇ ਇਸ ਗੱਲ ਨੂੰ ਮੁੱਦਾ ਲੈ ਕੇ ਜਿਹੜਾ ਚੰਦੂ ਹੈ ਉਸ ਸਮੇਂ ਦੇ ਪੁਰੋਹਿਤ ਸਨ, ਜਿਨ੍ਹਾਂ ਨੂੰ ਇਹ ਗੱਲ ਹਜਮ ਨਹੀਂ ਹੋਈ, ਪਚੀ ਨਹੀਂ, ਇੱਕ ਉਹ ਗ੍ਰੰਥ ਤਿਆਰ ਹੋਇਆ ਜਿਸ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਿੱਤਾ, ਸਮਾਨਤਾ ਦਿੱਤੀ ਹੈ, ਜਿਹਦੇ ਵਿੱਚ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ। ਤੇ ਇਹ ਜਿਹੜੀ ਗੱਲ ਉਸ ਸਮੇਂ ਦੇ ਉੱਚ ਜਾਤੀਆਂ ਦੇ ਜਿਹੜੇ ਕਾਜੀ ਸਨ, ਮੁਲਾਨੇ ਸਨ, ਸਨਾਤਨ ਧਰਮ ਦੇ ਜਿਹੜੇ ਮੋਢੀ ਸਨ, ਬ੍ਰਾਹਮਣ ਸਨ, ਇਹਨਾਂ ਨੂੰ ਪਚੀ ਨਹੀਂ। ਇਹਨਾਂ ਨੇ ਫਿਰ ਜਾ ਕੇ ਜਿਹੜੀਆਂ ਖਬਰਾਂ ਨੇ ਜਾ ਕੇ ਸ਼ਿਕਾਇਤਾਂ ਉਹ ਅਕਬਰ ਦੇ ਦਰਬਾਰ ਦੇ ਵਿੱਚ ਦਿੱਲੀ ਤਖਤ ਦੇ ਉੱਤੇ ਦਿੱਤੀਆਂ ਨੇ।
ਅਕਬਰ ਪਹਿਲਾਂ ਸਤਿਗੁਰਾਂ ਦੇ ਦਰ ਦੇ ਉੱਤੇ ਆ ਚੁੱਕਾ ਸੀ। ਉਹਨੂੰ ਪਤਾ ਸੀ ਗੁਰੂ ਕਦੇ ਵੀ ਮਾੜਾ ਬਚਨ ਨਹੀਂ ਲਿਖੇਗਾ, ਕਿਸੇ ਦੀ ਬੁਰਾਈ ਨਹੀਂ ਕਰੇਗਾ। ਫਿਰ ਵੀ ਉਹਨਾਂ ਨੇ ਤਸੱਲੀ ਦੇਣ ਲਈ ਅਕਬਰ ਨੇ ਇਹ ਗੱਲ ਆਖੀ, ਕੁਝ ਦਿਨਾਂ ਤੋਂ ਬਾਅਦ ਮੈਂ ਪੰਜਾਬ ਦੀ ਫੇਰੀ 'ਤੇ ਜਾਣਾ ਹੈ, ਉਦੋਂ ਮੈਂ ਜਾ ਕੇ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਗੱਲ ਕਰਾਂਗਾ। ਤੇ ਇੱਥੋਂ ਤੱਕ ਇਤਿਹਾਸਕਾਰ ਲਿਖਦੇ, ਜਦੋਂ ਆਇਆ ਅਕਬਰ ਤੇ ਤਰਨ ਤਾਰਨ ਦੀ ਧਰਤੀ ਤੋਂ ਲਾਹੌਰੋਂ ਜਿਹੜਾ ਉਹਨਾਂ ਇੱਕ ਪੱਤਰ ਲਿਖਿਆ, ਚਿੱਠੀ ਲਿਖੀ ਹੈ। ਚਿੱਠੀ ਦੇ ਵਿੱਚ ਇਹ ਲਿਖਿਆ ਵੀ ਸਤਿਗੁਰੂ ਜੋ ਤੁਸੀਂ ਗ੍ਰੰਥ ਲਿਖਿਆ ਹੈ ਉਹਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਵਾਂ। ਤੇ ਇੱਥੋਂ ਫਿਰ ਸਤਿਗੁਰਾਂ ਨੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਦੇ ਰਾਹੀਂ ਪਾਲਕੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਉੱਥੇ ਜਾ ਕੇ ਦਰਸ਼ਨ ਕਰਾਏ ਨੇ ਲਾਹੌਰ ਦੀ ਧਰਤੀ ਤੇ। ਕੁਝ ਇਤਿਹਾਸਕਾਰਾਂ ਲਿਖਿਆ, ਕੁਝ ਇਤਿਹਾਸਕਾਰ ਤਰਨ ਤਾਰਨ ਆਉਣ ਦਾ ਜ਼ਿਕਰ ਕਰਦੇ ਨੇ ਵੀ ਇੱਥੇ ਆ ਕੇ ਜ਼ਿਕਰ ਕੀਤਾ ਹੈ। ਤੇ ਉੱਥੇ ਜਦੋਂ ਇਹਦਾ ਪ੍ਰਕਾਸ਼ ਕੀਤਾ ਗਿਆ ਤੇ ਆਖਿਆ ਵੀ ਹੁਕਮਨਾਮਾ ਲਓ। ਸਭ ਤੋਂ ਪਹਿਲਾ ਹੁਕਮਨਾਮਾ ਆਇਆ, ਖਾਕ ਨੂਰ ਕਰਦੰ ਆਲਮ ਦੁਨੀਆਏ। ਤੇ ਇਹਦੇ ਤੋਂ ਬਾਅਦ ਕੁਝ ਵਿੱਚ ਜਿਹੜੇ ਸ਼ਿਕਾਇਤੀ ਸਨ ਨਾ ਜਰਨ ਵਾਲੇ ਕਹਿਣ ਲੱਗੇ ਵੀ ਨਹੀਂ, ਥੋੜ੍ਹਾ ਜਿਹਾ ਅਗਾਂਹ ਜਾ ਕੇ ਵੇਖੋ ਵੀ ਅੱਗੇ ਜਾ ਕੇ ਇਹਨਾਂ ਨੇ ਬੁਰਾਈ ਕੀਤੀ ਹੈ ਤੁਹਾਡੇ ਧਰਮ ਦੀ। ਅੱਗੋਂ ਜਦੋਂ ਮਾਰੂ ਰਾਗ ਦੇ ਵਿੱਚੋਂ ਹੁਕਮਨਾਮਾ ਆਇਆ, ਅੱਲਾ ਅਗੰਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਇਸ ਗੱਲ ਨੂੰ ਸੁਣ ਕੇ ਆਖਣ ਲੱਗੇ ਇਹਦੇ ਵਿੱਚ ਤੇ ਅੱਲਾ ਦੇ ਬੰਦੇ ਦੀ ਗੱਲ ਕੀਤੀ ਹੈ, ਕਿਉਂ ਅਕਬਰ ਨਰਮ ਦਿਲੀ ਸੀ। ਤੇ ਫਿਰ ਚੁੱਕਿਆ ਗਿਆ, ਕਹਿਣ ਲੱਗੇ ਨਹੀਂ, ਸਾਡੇ ਕਹਿਣ ਦੇ ਤੋਂ ਇਹਦੇ ਲਾਸਟ ਦੇ ਵਿੱਚੋਂ ਹੁਕਮਨਾਮਾ ਲਓ। ਲਾਸਟ ਦੇ ਵਿੱਚੋਂ ਹੁਕਮਨਾਮਾ ਲਿਆ, ਉੱਥੇ ਆਇਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਸ ਗੱਲ ਨੂੰ ਸੁਣ ਕੇ ਵੀ 500 ਮੋਹਰਾਂ ਅਕਬਰ ਨੇ ਅੱਗੇ ਰੱਖ ਕੇ ਮੱਥਾ ਵੀ ਟੇਕਿਆ ਸੀ। ਪਰ ਜਦੋਂ ਇੱਥੋਂ ਗਿਆ ਤੇ ਕੁਝ ਹੀ ਸਮੇਂ ਤੋਂ ਬਾਅਦ ਅਕਬਰ ਦੀ 1605 ਦੇ ਵਿੱਚ ਮੌਤ ਹੋ ਜਾਂਦੀ ਹੈ। ਤੇ ਚੰਦੂ ਹੈ ਜਿਹੜਾ, ਜਿਹਦਾ ਆਪਾਂ ਕਿਹਦੇ ਕਰਕੇ ਉਹ ਵਿਰੋਧਤਾ ਸਤਿਗੁਰਾਂ ਦੇ ਨਾਲ ਵੱਧਦੀ ਹੈ, ਉਹਦਾ ਜ਼ਿਕਰ ਆਪਾਂ ਕੱਲ੍ਹ ਦੇ ਦੀਵਾਨਾਂ ਵੀ ਸਰਵਣ ਕਰਾਂਗੇ। ਚੰਦੂ ਅਤੇ ਹੋਰ ਜਿਹੜੇ ਕਾਜੀ ਮੁਲਾਣੇ ਨੇ ਤੇ ਉੱਚ ਜਾਤੀਆਂ ਦੇ ਜਿਹੜੇ ਬ੍ਰਾਹਮਣ ਨੇ, ਇਹਨਾਂ ਨੇ ਫਿਰ ਸ਼ਿਕਾਇਤ ਜਾ ਕੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਕੀਤੀ ਹੈ। ਹੁਣ ਕਿਵੇਂ ਜਹਾਂਗੀਰ ਇਹਦੀਆਂ ਸ਼ਿਕਾਇਤਾਂ ਨੂੰ ਸੁਣਦਾ ਹੈ? ਚੰਦੂ ਦੀ ਜਿਹੜੀ ਵਿਰੋਧਤਾ ਹੈ ਉਹ ਸਤਿਗੁਰਾਂ ਦੇ ਦਰਬਾਰ ਦੇ ਨਾਲੋਂ ਕਾਹਤੋਂ ਹੁੰਦੀ ਹੈ। ਤੇ ਬਾਬਾ ਪ੍ਰਿਥੀ ਚੰਦ ਵੀ ਜਿਹੜੀਆਂ ਕੁਝ ਸ਼ਿਕਾਇਤਾਂ ਲਾ ਕੇ ਸ਼ਾਹੀ ਦਰਬਾਰ ਦੇ ਵਿੱਚ ਗਿਆ ਸੀ। ਤੇ ਇੱਧਰੋਂ ਹੁਣ ਦੂਜਾ ਅੱਜ ਜਿਹੜਾ ਕਾਰਨ ਬਣਿਆ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ, ਜਿਹਦੇ ਵਿੱਚ ਉੱਚ ਜਾਤੀਆਂ ਨੂੰ ਸਭ ਤੋਂ ਵੱਡਾ ਜਿਹੜਾ ਧੱਕਾ ਲੱਗਾ, ਕਿਉਂਕਿ ਉਹ ਆਪਣੇ ਆਪ ਨੂੰ ਉੱਚੇ ਤੇ ਦੂਸਰਿਆਂ ਨੂੰ ਨੀਵੇਂ ਸਮਝਦੇ ਸਨ। ਇਹਦੇ ਵਿੱਚ ਸਭ ਨੂੰ ਬਰਾਬਰਤਾ ਦਿੱਤੀ ਗਈ, ਭਾਵੇਂ ਕੋਈ ਗਰੀਬ ਹੈ, ਗਰੀਬ ਵੀ ਇੱਥੇ ਆ ਕੇ ਬਹਿ ਸਕਦਾ ਹੈ, ਅਮੀਰ ਹੈ, ਅਮੀਰ ਵੀ ਆ ਕੇ ਬਹਿ ਸਕਦਾ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ। ਇਸੇ ਕਾਰਨ ਦੇ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਲਾਏ ਹੋਏ ਜਿਹੜਾ ਧਰਮ ਸੀ, ਇਹਦੇ ਨਾਲ ਅਨੇਕਾਂ ਹਿੰਦੂ, ਅਨੇਕਾਂ ਮੁਸਲਮਾਨ, ਅਨੇਕਾਂ ਬੋਧੀ, ਅਨੇਕਾਂ ਜਿਹੜੇ ਲੋਕ ਸਨ ਉਹ ਸਿੱਖੀ ਲਹਿਰ ਦੇ ਵਿੱਚ ਜੁੜ ਚੁੱਕੇ ਸਨ। ਇਹ ਸਭ ਤੋਂ ਵੱਡਾ ਜਿਹੜਾ ਕਾਰਨ ਮੰਨਿਆ ਗਿਆ। ਸੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਅਗਾਂਹ ਦੀ ਜੋ ਵਿਚਾਰ ਹੈ ਆਪਾਂ ਕੱਲ੍ਹ ਦੇ ਸ਼ਾਮਾਂ ਦੇ ਦੀਵਾਨਾਂ ਵਿੱਚ ਕਰਾਂਗੇ। ਵਿਚਾਰਾਂ ਦੀ ਸਮਾਪਤੀ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ